994 की तैयारी कर रहे सारे ही टीटी कैडर्स ਨੂੰ ਜਾਂ टीटी एस्पिरेंट्स ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਆ। ਸੋ ਆਪਣਾ ਜਿਹੜਾ ਸਾਰੀ ਇਹ ਪੇਪਰ ਏ ਦੀ ਤਿਆਰੀ ਬਹੁਤ ਵਧੀਆ ਚੱਲ ਰਹੀ ਆ। ਆਧੁਨਿਕ ਕਾਵ ਤੇ ਆਪਾਂ ਪਹੁੰਚ ਚੁੱਕੇ ਆ। ਆਧੁਨਿਕ ਕਾਵ ਦਾ ਇਦੋਂ ਪਹਿਲਾਂ ਭਾਈ ਵੀਰ ਸਿੰਘ ਜੀ ਬਾਰੇ ਆਪਾਂ ਪੂਰੀ ਜਾਣਕਾਰੀ ਜਿੰਨੀ ਕੁ ਆਪਾਂ ਨੂੰ ਜ਼ਰੂਰਤ ਸੀ ਉਨੀ ਜਾਣਕਾਰੀ ਆਪਾਂ ਹਾਸਲ ਕੀਤੀ ਆ। ਸੋ ਜਿਹੜਾ ਅੱਜ ਆਪਣਾ ਅਗਲਾ ਕਵੀ ਹੈ ਸਿਲੇਬਸ ਦੇ ਅਕੋਰਡਿੰਗ ਧਨੀ ਰਾਮ ਚਾਤਰਿਕ, ਨਾਲਾ ਧਨੀ ਰਾਮ ਚਾਤਰਿਕ ਆ। ਤੇ ਅੱਜ ਇਹਨਾਂ ਦੇ ਜੀਵਨ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਹੈ ਤੇ ਜਿਹੜੇ ਇਹਨਾਂ ਦੇ ਮਤਲਬ ਕਾਵ ਸੰਗ੍ਰਹਿ ਆ ਤੇ ਜਿਹੜਾ ਆਪਣੇ ਸਿਲੇਬਸ ਦੇ ਵਿੱਚ ਇਹਨਾਂ ਦੇ ਕਾਵ ਸੰਗ੍ਰਹਿ ਆ ਉਹਨਾਂ ਬਾਰੇ ਆਪਾਂ ਗੱਲ ਕਰਾਂਗੇ। ਹੁਣ ਇੱਥੇ ਇਹ ਜਾਣ ਲੈਣਾ ਵੀ ਜ਼ਰੂਰੀ ਆ ਕਿ ਕੁਝ ਕੁ ਮਤਲਬ ਕਿ ਸਟੂਡੈਂਟ ਇਹ ਬੋਝ ਲੈ ਕੇ ਬੈਠੇ ਆ ਵੀ ਪਤਾ ਨਹੀਂ ਕਿੰਨਾ ਕੁ ਹਾਈ ਲੈਵਲ ਹੋਊਗਾ। ਵੈਸੇ ਤਾਂ ਉਹਨਾਂ ਨੇ 10ਵੀਂ ਪੱਧਰ ਦਾ ਲਿਖਿਆ ਹੀ ਹੈ ਵੀ 10ਵੀਂ ਪੱਧਰ ਤੱਕ, ਤੇ ਪਰ ਆਪਾਂ +2 ਪੱਧਰ ਤੱਕ ਵੀ ਲੈ ਕੇ ਚੱਲਦੇ ਆ ਕਿਉਂਕਿ ਜਿਹੜਾ ਮਟੀਰੀਅਲ ਅਸੀਂ ਕਰਵਾ ਰਹੇ ਆ ਮਤਲਬ ਕਿ ਆਪਣਾ ਇਸ ਵੀਡੀਓਜ਼ ਦੇ ਵਿੱਚ ਚੱਲ ਰਿਹਾ ਉਹ +2 ਦੇ ਪੱਧਰ ਨੂੰ ਰੱਖ ਕੇ ਚੱਲ ਰਿਹਾ। ਸੋ ਇਹਦੇ ਉੱਪਰ ਨਹੀਂ ਉਹ ਲੈਵਲ ਰੱਖ ਸਕਦੇਗੇ ਤਾਂ ਤੁਸੀਂ ਜ਼ਿਆਦਾ ਟੈਨਸ਼ਨ ਨਹੀਂ ਲੈਣੀਗੀ। ਪੂਰਾ ਮਤਲਬ ਕਿ ਆਪਣੇ ਮਨ ਲਗਾ ਕੇ ਜਿੰਨੀ ਵੀ ਤਿਆਰੀ ਕਰਨੀ ਹੈ ਪੇਪਰ ਏ ਦੀ ਤਿਆਰੀ ਕਰੋ ਤੇ ਪੇਪਰ ਬੀ ਦੀ ਤਿਆਰੀ ਵੀ ਮੈਨੂੰ ਪੂਰੀ ਉਮੀਦ ਆ ਵੀ ਤੁਸੀਂ ਆਪਣੇ ਹਿਸਾਬ ਨਾਲ ਕਰ ਰਹੇ ਹੋਵੋਗੇ। ਟਾਈਮ ਵੇਸਟ ਨਾ ਕਰਦੇ ਹੋਏ ਅੱਜ ਦਾ ਟੌਪਿਕ ਆਪਣਾ ਧਨੀ ਰਾਮ ਚਾਤਰਿਕ ਉਹਦੇ ਵੱਲ ਚੱਲਦੇ ਆ। ਸੋ ਆਧੁਨਿਕ ਕਾਵ ਦਾ ਜਿਹੜਾ ਦੂਜਾ ਕਵੀ ਆ ਧਨੀ ਰਾਮ ਚਾਤਰਿਕ, ਮਤਲਬ ਸਿਲੇਬਸ ਦੇ ਵਿੱਚ ਦੂਜੇ ਨੰਬਰ ਤੇ ਧਨੀ ਰਾਮ ਚਾਤਰਿਕ ਜੀ ਆ ਕਿਉਂਕਿ ਆਪਾਂ ਸਾਰਾ ਸਿਲੇਬਸ ਅਕੋਰਡਿੰਗ ਚੱਲ ਰਹੇ ਹਾਂ। ਜਿਵੇਂ ਜਿਵੇਂ ਕਵੀ ਆ ਰਹੇ ਸਿਲੇਬਸ ਦੇ ਵਿੱਚ ਉਵੇਂ ਆਪਾਂ ਕਰਾ ਰਹੇ ਆ। ਤਾਂ ਧਨੀ ਰਾਮ ਚਾਤਰਿਕ ਜੀ ਦਾ ਜਿਹੜਾ ਜੀਵਨ ਕਾਲ ਸੀ 1876 ਤੋਂ ਲੈ ਕੇ 1954 ਤੱਕ ਸੀ, ਯਾਦ ਰੱਖੋਗੇ। ਇੱਕ ਹੋਰ ਗੱਲ, ਆਧੁਨਿਕ ਕਾਵ ਦੇ ਸਾਰੇ ਹੀ ਕਵੀ ਇੰਪੋਰਟੈਂਟ ਆ। ਕੋਈ ਵੀ ਕਵੀ ਹੈ ਜਿਹੜਾ ਮਤਲਬ ਕਿ ਅਨਇੰਪੋਰਟੈਂਟ ਨਹੀਂ। ਹਰੇਕ ਕਵੀ ਨੂੰ ਪੂਰੇ ਧਿਆਨ ਨਾਲ ਪੜ੍ਹਨਾ ਪਊਗਾ। ਜਿੰਨੇ ਇੰਪੋਰਟੈਂਟ ਭਾਈ ਵੀਰ ਸਿੰਘ ਜੀ ਸੀਗੇ ਉਨੇ ਹੀ ਧਨੀ ਰਾਮ ਚਾਤਰਿਕ ਆ। ਸੋ ਧਨੀ ਰਾਮ ਚਾਤਰਿਕ ਜੀ ਦਾ ਜਨਮ 4 ਅਕਤੂਬਰ 1876 ਈਸਵੀ ਪਿਤਾ ਸ਼੍ਰੀ ਪੋਹੂਮਲ ਮਾਤਾ ਸ਼੍ਰੀ ਲక్ష్ਮੀ ਦੇਵੀ ਜੀ ਦੇ ਘਰ ਪਿੰਡ ਪੱਸੀਆਂ ਵਾਲਾ, ਪਿੰਡ ਦਾ ਨਾਮ ਕੀ ਸੀ? ਪੱਸੀਆਂ ਵਾਲਾ, ਜ਼ਿਲ੍ਹਾ ਸਿਆਲਕੋਟ, ਪਾਕਿਸਤਾਨ ਵਿਖੇ ਹੋਇਆ ਸੀ। ਠੀਕ ਹੈ ਜੀ, ਇਹ ਯਾਦ ਰੱਖੋਗੇ। ਪਿੰਡ ਪੱਸੀਆਂ ਵਾਲਾ, ਪਿਤਾ ਪੋਹੂਮਲ ਤੇ ਮਾਤਾ ਸ਼੍ਰੀ ਲక్ష్ਮੀ ਦੇਵੀ ਜੀ ਦੇ ਘਰ। ਠੀਕ ਹੈ ਜੀ। ਤਾਂ ਧਨੀ ਰਾਮ ਚਾਤਰਿਕ ਪੰਜਾਬੀ ਦੇ ਸ਼੍ਰੋਮਣੀ ਕਵੀਆਂ ਵਿੱਚੋਂ ਇੱਕ ਹੈ। ਸ਼੍ਰੋਮਣੀ ਮਤਲਬ ਕਿ ਪੁਰਾਣੇ ਕਵੀਆਂ ਦੇ ਵਿੱਚੋਂ ਇੱਕ ਹੈ ਕਿਉਂਕਿ ਇਹ 5-6 ਕਵੀ ਹੈ ਜਿਨ੍ਹਾਂ ਨੇ ਆਧੁਨਿਕ ਕਾਵ ਦਾ ਮੁੱਢ ਬੰਨਿਆ, ਜਿਨ੍ਹਾਂ ਵਿੱਚ ਭਾਈ ਵੀਰ ਸਿੰਘ ਜੀ, ਧਨੀ ਰਾਮ ਚਾਤਰਿਕ, ਅੰਮ੍ਰਿਤਾ ਪ੍ਰੀਤਮ ਜੀ, ਸੁਰਜੀਤ ਪਾਤਰ, ਪ੍ਰੋਫੈਸਰ ਪੂਰਨ ਸਿੰਘ, ਪ੍ਰੋਫੈਸਰ ਮੋਹਨ ਸਿੰਘ ਜੀ। ਤਾਂ ਇਹਨਾਂ ਸਾਰਿਆਂ ਨੂੰ ਆਧੁਨਿਕ ਕਵਿਤਾ ਦੇ ਮਤਲਬ ਕਿ ਇਹਨਾਂ ਨੇ ਆਧੁਨਿਕ ਕਵਿਤਾ ਦਾ ਮੁੱਢ ਬੰਨਿਆ। ਤਾਂ ਆਪ ਜੀ ਨੇ ਬਹੁਤ ਸਾਰਾ ਸਮਾਂ ਅੰਮ੍ਰਿਤਸਰ ਵਿਖੇ ਹੀ ਬਿਤਾਇਆ ਸੀਗਾ। ਅੰਮ੍ਰਿਤਸਰ ਦੇ ਪਿੰਡ ਲੋਪੋਕੇ ਵੀ ਇਹ ਰਹਿ ਕੇ ਆਏ ਆ। ਤਾਂ ਕਾਫੀ ਟਾਈਮ ਪਿੰਡ ਲੋਪੋਕੇ, ਯਾਦ ਰੱਖੋਗੇ, ਉੱਥੇ ਰਹੇ ਆ। ਤਾਂ ਮੁੱਢਲੀ ਵਿਦਿਆ ਪਿੰਡ ਦੇ ਸਕੂਲ ਵਿੱਚ ਹੀ ਪ੍ਰਾਪਤ ਕੀਤੀ। ਕਿੱਥੇ ਜੀ? ਪੱਸੀਆਂ ਵਾਲਾ। ਤਾਂ ਮੁੱਢਲੀ ਵਿਦਿਆ ਆਪ ਜੀ ਨੇ ਪਿੰਡ ਦੇ ਸਕੂਲ ਦੇ ਵਿੱਚ ਪ੍ਰਾਪਤ ਕੀਤੀ ਸੀ। ਤਾਂ 1891 ਈਸਵੀ ਵਿੱਚ ਅੰਮ੍ਰਿਤਸਰ ਆ ਕੇ ਭਾਈ ਵੀਰ ਸਿੰਘ ਜੀ ਦੀ ਵਜ਼ੀਰ ਹਿੰਦ ਪ੍ਰੈਸ, ਸੋ ਪ੍ਰੈਸ ਦਾ ਨਾਮ ਯਾਦ ਰੱਖੋਗੇ, ਵਜ਼ੀਰ ਹਿੰਦ ਪ੍ਰੈਸ। ਇੰਪੋਰਟੈਂਟ ਆ। ਕਿਉਂ ਇੰਪੋਰਟੈਂਟ ਆ? ਕਿਉਂਕਿ ਧਨੀ ਰਾਮ ਚਾਤਰਿਕ ਸੀ ਜਿਹੜੇ ਉਹ ਭਾਈ ਵੀਰ ਸਿੰਘ ਤੋਂ ਪ੍ਰਭਾਵਿਤ ਸੀਗੇ। ਤਾਂ ਆਪ ਨੇ 1891 ਵਿੱਚ ਅੰਮ੍ਰਿਤਸਰ ਆ ਕੇ ਭਾਈ ਵੀਰ ਸਿੰਘ ਜੀ ਦੀ ਪ੍ਰੈਸ ਵਜ਼ੀਰ ਹਿੰਦ ਪ੍ਰੈਸ ਵਿੱਚ ਆ ਕੇ ਨੌਕਰੀ ਸ਼ੁਰੂ ਕਰ ਦਿੱਤੀ। ਠੀਕ ਹੈ ਜੀ। ਤੇ ਇੱਥੋਂ ਹੀ ਆਪ ਵੱਲੋਂ ਵੀਰ ਸਿੰਘ ਜੀ ਤੋਂ ਪ੍ਰਭਾਵਿਤ ਹੋਏ। ਤਾਂ ਧਨੀ ਰਾਮ ਚਾਤਰਿਕ ਆ ਜਿਹੜੇ ਉਹ ਪੰਜਾਬੀਅਤ ਦੇ ਕਵੀ ਵਜੋਂ ਜਾਣੇ ਜਾਂਦੇ ਆ। ਪੰਜਾਬੀਅਤ ਦੇ ਕਵੀ ਵਜੋਂ ਕਿਉਂ? ਕਿਉਂਕਿ ਜ਼ਿਆਦਾਤਰ ਇਹਨਾਂ ਨੇ ਪੰਜਾਬੀਅਤ ਨੂੰ ਮੁੱਖ ਰੱਖ ਕੇ ਜਿੰਨੀਆਂ ਵੀ ਰਚਨਾਵਾਂ ਕੀਤੀਆਂ, ਪੰਜਾਬੀਅਤ ਨੂੰ ਮੁੱਖ ਰੱਖ ਕੇ ਕੀਤੀਆਂ, ਸਾਡੇ ਸੱਭਿਆਚਾਰ ਨਾਲ ਰਿਲੇਟਡ ਕੀਤੀਆਂ। ਇਸੇ ਕਰਕੇ ਧਨੀ ਰਾਮ ਨੂੰ ਪੰਜਾਬੀਅਤ ਦੇ ਕਵੀ ਵਜੋਂ ਜਾਣਿਆ ਜਾਂਦਾ ਹੈ। ਆਪ ਜੀ ਭਾਈ ਵੀਰ ਸਿੰਘ ਜੀ ਤੋਂ ਪ੍ਰਭਾਵਿਤ ਹੋ ਕੇ ਲਿਖਣ ਲੱਗੇ। ਸੋ ਇਹ ਇੰਪੋਰਟੈਂਟ ਹੈ ਜੀ, ਪੁੱਛ ਸਕਦੇ ਆ ਧਨੀ ਰਾਮ ਚਾਤਰਿਕ ਜੀ ਕਿਹਦੇ ਤੋਂ ਪ੍ਰਭਾਵਿਤ ਸੀ? ਭਾਈ ਵੀਰ ਸਿੰਘ ਜੀ ਤੋਂ। ਤਾਂ ਆਪ ਜੀ ਨੂੰ ਸਾਂਸਕ੍ਰਿਤਿਕ ਚੇਤਨਾ ਦਾ ਕਵੀ ਵਜੋਂ ਜਾਣਿਆ ਜਾਂਦਾ ਹੈ। ਮਤਲਬ ਸਾਂਸਕ੍ਰਿਤਿਕ ਚੇਤਨਾ ਦਾ ਕੀ ਮਤਲਬ ਹੈ? ਉਹੀ ਫੇਰ ਗੱਲ ਹੈ ਵੀ ਜਿੰਨੀਆਂ ਵੀ ਇਹਨਾਂ ਦੀਆਂ ਕਵਿਤਾਵਾਂ ਸੀ ਸੱਭਿਆਚਾਰ ਨਾਲ ਜਿਹੜੀਆਂ ਜੁੜਦੀਆਂ ਸੀਗੀਆਂ, ਤਾਂ ਕਰਕੇ ਸਾਂਸਕ੍ਰਿਤਿਕ ਚੇਤਨਾ ਦਾ ਕਵੀ ਕਿਹਾ ਜਾਂਦਾ। ਸੰਸਕ੍ਰਿਤੀ ਨੂੰ ਮੁੱਖ ਰੱਖਿਆ ਇਹਨਾਂ ਨੇ। ਤਾਂ ਧਨੀ ਰਾਮ ਚਾਤਰਿਕ ਜੀ ਨੇ ਸ਼ੁਰੂ ਵਿੱਚ 2 ਕਿੱਸੇ ਲਿਖੇ। ਹੁਣ ਉਹ ਕਿੱਸੇ ਕਿਹੜੇ ਸੀਗੇ? ਉਹ ਕਿੱਸੇ ਸੀਗੇ ਭਰਤਰੀ ਤੇ ਨਲ ਤੇ ਦਮਯੰਤੀ। ਇਹ ਸ਼ੁਰੂ ਦੇ ਸਟਾਰਟਿੰਗ ਦੇ 2 ਕਿੱਸੇ ਸੀਗੇ। ਇਸ ਤੋਂ ਬਾਅਦ ਵੀ ਕਿੱਸੇ ਲਿਖੇ ਆ, ਪਰ ਸਟਾਰਟਿੰਗ ਦੇ ਵਿੱਚ 2 ਲਿਖੇ ਆ। ਜਿਹੜਾ ਆਪਣਾ ਭਰਤਰੀ ਤੇ ਨਲ ਤੇ ਦਮਯੰਤੀ, ਇਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਤਾਂ ਇਹ ਜਿਹੜੇ ਆਪਾਂ ਮਤਲਬ ਕਿ ਕਥਾਵਾਂ ਦੇ ਵਿੱਚ ਗੱਲ ਕਰਾਂਗੇ ਉਹਨਾਂ ਦੇ ਵਿੱਚ ਆਉਣਗੇ। ਤਾਂ ਅੱਗੇ ਆ ਫਿਰ ਆਪ ਜੀ ਨੇ ਛੋਟੀਆਂ ਕਵਿਤਾਵਾਂ ਦਾ ਕਾਵ ਸੰਗ੍ਰਹਿ ਚੰਦਨਵਾੜੀ ਪ੍ਰਕਾਸ਼ਿਤ ਕੀਤਾ। ਸੋ ਆਹ ਬਹੁਤ ਇੰਪੋਰਟੈਂਟ ਗੱਲ ਹੈ ਜੀ। ਉਹ ਪੁੱਛ ਸਕਦੇ ਆ ਕਾਵ ਸੰਗ੍ਰਹਿ ਚੰਦਨਵਾੜੀ ਕਿਹਦੀ ਰਚਨਾ? ਤਾਂ ਆਪਾਂ ਯਾਦ ਰੱਖਾਂਗੇ ਵੀ ਚੰਦਨਵਾੜੀ ਕਾਵ ਸੰਗ੍ਰਹਿ ਜਿਹੜਾ ਉਹ ਧਨੀ ਰਾਮ ਚਾਤਰਿਕ ਜੀ ਦੀ। ਧਨੀ ਰਾਮ ਚਾਤਰਿਕ ਜੀ ਦੀਆਂ ਜਿਹੜੀਆਂ ਪ੍ਰਸਿੱਧ ਰਚਨਾਵਾਂ ਉਹ ਯਾਦ ਰੱਖੋਗੇ 5-6 ਰਚਨਾਵਾਂ, ਜ਼ਿਆਦਾ ਨਹੀਂ ਗੀਆਂ। ਤੇ ਇਹ ਸਾਰੀਆਂ ਇੰਪੋਰਟੈਂਟ ਆ, ਯਾਦ ਰੱਖੋਗੇ ਤੁਸੀਂ। ਤਾਂ ਉਹ ਹੈਗੀ ਹੈ ਜੀ ਕੇਸਰ ਕਿਆਰੀ, ਨਵਾਂ ਜਹਾਨ, ਸੂਫੀਖਾਨਾ, ਧਰਮਵੀਰ।
ਨੂਰ ਜਹਾਂ ਬਾਦਸ਼ਾਹ ਬੇਗਮ ਇੰਪੋਰਟੈਂਟ ਆ। ਨੂਰ ਜਹਾਂ ਬਾਦਸ਼ਾਹ ਬੇਗਮ ਤੇ ਫੁੱਲਾਂ ਦੀ ਟੋਕਰੀ, ਇਹ ਪੰਜ ਛੇ ਜਿਹੜੀਆਂ ਇਹਨਾਂ ਦੀਆਂ ਰਚਨਾਵਾਂ ਇਹ ਤੁਸੀਂ ਆਪਦੇ ਦਿਮਾਗ 'ਚ ਰੱਖੋਗੇ। ਇਹ ਤੋਂ ਪਹਿਲਾਂ ਜਿਹੜੀਆਂ ਦੋ ਰਚਨਾਵਾਂ ਆਪਾਂ ਭਰਥਰੀ ਹਰੀ ਤੇ ਨਲ ਤੇ ਦਮਯੰਤੀ ਉਹ ਵੀ ਆਪਾਂ ਦਿਮਾਗ ਦੇ ਵਿੱਚ ਰੱਖੀਆਂ, ਤੇ ਇਹ ਵੀ ਤੁਸੀਂ ਯਾਦ ਰੱਖੋਗੇ ਪੰਜ ਛੇ। ਉਸ ਤੋਂ ਬਾਅਦ ਪ੍ਰਸਿੱਧ ਕਵਿਤਾਵਾਂ ਕਿਹੜੀਆਂ ਆਪ ਜੀ ਦੀਆਂ ਜਿਹੜੀਆਂ ਆਪਣੇ ਸਿਲੇਬਸ ਦੇ ਵਿੱਚ ਆ, ਵਹਿੰਦਾ ਜਾਏ, ਵਿਸਾਖੀ ਦਾ ਮੇਲਾ ਤੇ ਜੀਵਨ ਜੋਤ। ਇਹ ਤਾਂ ਆਪਾਂ ਇਹਨਾਂ ਬਾਰੇ ਤਾਂ ਪੜਾਂਗੇ, ਹੁਣ ਆਪਾਂ ਇਹਦੇ ਔਖੇ ਸ਼ਬਦਾਂ ਦੇ ਅਰਥ ਜਾਣਾਂਗੇ। ਤਾਂ ਆਪ ਜੀ ਦੀ ਸਭ ਤੋਂ ਪ੍ਰਸਿੱਧ ਕਵਿਤਾ ਗੁਰੂ ਰੂਪ ਗ੍ਰੰਥ ਹੈ। ਗੁਰੂ ਰੂਪ ਗ੍ਰੰਥ ਕਵਿਤਾ ਜਿਹੜੀ ਇਹਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਵਿਸ਼ੇਸ਼ਤਾਵਾਂ ਦਾ ਵਰਣਨ ਆ। ਤਾਂ ਗੁਰੂ ਰੂਪ ਗ੍ਰੰਥ ਆ ਜਿਹੜੀ ਆਪ ਜੀ ਦੀ ਪ੍ਰਸਿੱਧ ਕਵਿਤਾ। ਤੇ ਅੰਤ ਸਨ 1954 ਵਿੱਚ ਧਨੀ ਰਾਮ ਚਾਤਰਿਕ ਜੀ ਅੰਮ੍ਰਿਤਸਰ ਵਿਖੇ ਇਹਨਾਂ ਦੀ ਮੌਤ ਹੋ ਗਈ ਸੀਗੀ, ਇਹ ਯਾਦ ਰੱਖੋਗੇ ਸਨ। ਸੋ ਇਹ ਜਿਹੜੀ ਆਪਣੀ ਕਵਿਤਾ ਹੈਗੀ ਆ ਗੁਰੂ ਰੂਪ ਗ੍ਰੰਥ, ਇਹਨੂੰ ਤੁਸੀਂ ਆਪਦੇ ਦਿਮਾਗ ਦੇ ਵਿੱਚ ਰੱਖੋਗੇ। ਸੋ ਮੈਂ ਸ਼ੁਰੂ ਕਰ ਦਾਂਗਾ ਆਪਣੀ ਜਿਹੜੇ ਸਿਲੇਬਸ ਦੇ ਵਿੱਚ ਕਵਿਤਾਵਾਂ ਵਹਿੰਦਾ ਜਾਏ, ਵਿਸਾਖੀ ਦਾ ਮੇਲਾ ਤੇ ਜੀਵਨ ਜੋਤ, ਇਹਨਾਂ ਨੂੰ ਆਪਾਂ ਪੜਾਂਗੇ ਤੇ ਇਹਨਾਂ ਦੇ ਅਰਥ ਜਾਣਾਂਗੇ। ਸੋ ਕਰਦੇ ਹਾਂ ਸ਼ੁਰੂ। ਪਹਿਲੇ ਕਵਿਤਾ ਹੈ ਜੀ ਇਹਨਾਂ ਦੀ ਵਹਿੰਦਾ ਜਾਏ। ਤਾਂ ਉੱਤਰ ਪਹਾੜੋਂ ਡਿੱਗਦਾ ਢਹਿੰਦਾ, ਚੱਕਰ ਖਾਂਦਾ ਧੱਪੇ ਸਹਿੰਦਾ, ਨਾਲ ਚਟਾਨਾ ਖਹਿੰਦਾ ਜਾਏ, ਨਾਲ ਚਟਾਨਾ ਖਹਿੰਦਾ ਖਹਿੰਦਾ ਨੀਰ ਨਦੀ ਦਾ ਵਹਿੰਦਾ ਜਾਏ। ਤਾਂ ਧਨੀ ਰਾਮ ਚਾਤਰਿਕ ਜੀ ਇੱਥੇ ਨਦੀ ਦੇ ਨੀਰ ਦੀ ਮਤਲਬ ਨਦੀ ਦੇ ਪਾਣੀ ਦੀ ਗੱਲ ਕਰ ਰਹੇ ਆ। ਕਹਿ ਰਹੇ ਆ ਕਿ ਉਹ ਪਹਾੜਾਂ ਤੋਂ ਉਤਰਦਾ ਤੇ ਫਿਰ ਡਿੱਗਦਾ, ਫਿਰ ਉਹ ਧੱਕੇ ਖਾਂਦਾ। ਮਤਲਬ ਕਿ ਧੱਕੇ ਦਾ ਮਤਲਬ ਇਹ ਹੈ ਜਦੋਂ ਡਿੱਗਦਾ ਚਟਾਨਾਂ ਨਾਲ ਵੱਜਦਾ ਤੇ ਕਈ ਥਾਵਾਂ ਤੇ ਘੁੰਮਣ ਘੇਰੀਆਂ ਦੇ ਵਿੱਚ ਪੈਂਦਾ, ਨਾਲ ਚਟਾਨਾ ਖਹਿੰਦਾ ਖਹਿੰਦਾ ਨੀਰ ਨਦੀ ਦਾ ਵਹਿੰਦਾ ਜਾਏ। ਤੇ ਇਸ ਤਰ੍ਹਾਂ ਜਿਹੜਾ ਨਦੀ ਦਾ ਨੀਰ ਆ ਉਹ ਅੱਗੇ ਦੀ ਅੱਗੇ ਜਿਹੜਾ ਆਪਣਾ ਸਫ਼ਰ ਤੈਅ ਕਰਦਾ ਰਹਿੰਦਾ, ਚੱਲਦਾ ਰਹਿੰਦਾ। ਰਾਹ ਤੁਰਦਾ ਅਸਮਾਨੀ ਤਾਰਾ, ਲਹਿਰਾਂ ਵਿੱਚ ਪਾ ਪਾ ਝਲਕਾਰਾ, ਪੰਧ ਤੇਰਾ ਹੈ ਲੰਬਾ ਸਾਰਾ, ਚੱਲ 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 ਕਹਿੰਦਾ ਜਾਏ, ਨੀਰ ਨਦੀ ਦਾ ਵਹਿੰਦਾ ਜਾਏ। ਤਾਂ ਇਸ ਪੈਰੇ ਦੇ ਵਿੱਚ ਕਵੀ ਕਹਿ ਰਿਹਾ ਕਿ ਜਿਹੜਾ ਮਤਲਬ ਕਿ ਅਸਮਾਨੀ ਤਾਰਾ ਉਹ ਨਦੀ ਦੇ ਪਾਣੀ ਨੂੰ ਕਹਿ ਰਿਹਾ ਕਿ ਤੇਰਾ ਪੰਧ ਬਹੁਤ ਲੰਬਾ ਹੈ, ਇਸੇ ਲਈ ਤੂੰ ਚੱਲਦਾ ਜਾ। ਤਾਂ ਜਿਹੜਾ ਨਦੀ ਦਾ ਪਾਣੀ ਹੈ ਉਹ ਉਹਦੇ ਚੈਲੰਜ ਨੂੰ ਉਵੇਂ ਸਵੀਕਾਰ ਕਰਦਾ ਤੇ ਉਹ ਚੱਲਦਾ ਰਹਿੰਦਾ ਅੱਗੇ, ਮਤਲਬ ਕਿ ਨੀਰ ਨਦੀ ਦਾ ਅੱਗੇ ਵਹਿੰਦਾ ਜਾਂਦਾ। ਨਾਲ ਸਮੁੰਦਰ ਸਾਖਾਦਾਰੀ, ਵਿਛੜੇ ਮਿਲੇ ਹਜ਼ਾਰਾਂ ਵਾਰੀ, ਖਾ ਗਰਮੀ ਅਸਮਾਨੀ ਚੜਿਆ, ਮੁੜ ਪਹਾੜ ਤੇ ਬਹਿੰਦਾ ਜਾਏ, ਨੀਰ ਨਦੀ ਦਾ ਵਹਿੰਦਾ ਜਾਏ। ਤਾਂ ਕਹਿੰਦੇ ਨਾਲ ਸਮੁੰਦਰ ਸਾਕਾਦਾਰੀ ਮਤਲਬ ਕਿ ਸਮੁੰਦਰ ਨਾਲ ਇਹਦੀ ਗੂੜੀ ਮਿੱਤਰਤਾ, ਵਿਛੜੇ ਮਿਲੇ ਹਜ਼ਾਰਾਂ ਵਾਰੀ, ਸਮੁੰਦਰ ਤੇ ਨਦੀ ਦਾ ਨੀਰ ਕਈ ਵਾਰੀ ਵਿਛੜ ਕੇ ਮਿਲੇ ਆ। ਉਹ ਕਿਵੇਂ? ਕਿਉਂਕਿ ਉਹਨੇ ਅਗਲੀ ਲਾਈਨ ਜਿਹਨੂੰ ਕਲੀਅਰ ਕੀਤਾ ਹੈ, ਖਾ ਗਰਮੀ ਅਸਮਾਨੀ ਚੜਿਆ, ਮਤਲਬ ਕਿ ਜਦੋਂ ਗਰਮੀ ਹੁੰਦੀ ਆ ਤਾਂ ਸਮੁੰਦਰ ਦੇ ਵਿੱਚੋਂ ਭਾਫ ਬਣ ਕੇ ਜਿਹੜੇ ਵਾਸ਼ਪੀਕਰਨ ਹੁੰਦਾ ਤੇ ਵਾਸ਼ਪੀਕਰਨ ਕਰਕੇ ਦੁਬਾਰਾ ਬੱਦਲਾਂ ਦੇ ਰੂਪ ਦੇ ਵਿੱਚ ਪਾਣੀ ਜਿਹੜਾ ਦੁਬਾਰਾ ਪਹਾੜਾਂ ਤੇ ਜਾ ਕੇ ਵਹਿੰਦਾ। ਤੇ ਇਸੇ ਤਰ੍ਹਾਂ ਖਾ ਗਰਮੀ ਅਸਮਾਨੀ ਚੜਿਆ, ਮੁੜ ਪਹਾੜ ਤੇ ਬਹਿੰਦਾ ਜਾਏ, ਮਤਲਬ ਕਿ ਬੱਦਲਾਂ ਤੋਂ ਬਾਅਦ ਉਹ ਫਿਰ ਪਹਾੜ ਤੇ ਵਰਦਾ। ਤੇ ਇਸ ਤਰ੍ਹਾਂ ਨੀਰ ਨਦੀ ਦਾ ਵਹਿੰਦਾ ਜਾਏ। ਸੋ ਅੱਗੇ ਹੈ ਜੀ ਇਸ ਦਾ ਲਾਸਟ ਪੈਰਾ, ਆਣਾ ਜਾਣਾ ਫੇਰੇ ਪਾਣਾ, ਤੁਰਿਆ ਰਹਿਣਾ ਅੱਖ ਨਾ ਲਾਣਾ, ਹੁਕਮਾਂ ਅੰਦਰ ਵਾਂਗ ਫੁਹਾਰੇ, ਮੁੜ ਮੁੜ ਚੜਦਾ ਲੈਂਦਾ ਜਾਏ, ਨੀਰ ਨਦੀ ਦਾ ਵਹਿੰਦਾ ਜਾਏ। ਤਾਂ ਕਵੀ ਇੱਥੇ ਕਹਿ ਰਹੇ ਆ ਕਿ ਆਣਾ ਜਾਣਾ ਫੇਰਾ ਪਾਣਾ, ਤੁਰਿਆ ਰਹਿਣਾ ਅੱਖ ਨਾ ਲਾਣਾ, ਕਿ ਇਹ ਤਾਂ ਆਣਾ ਜਾਣਾ ਲੱਗਿਆ ਹੀ ਰਹਿੰਦਾ ਪਾਣੀ ਦਾ, ਕਿਉਂਕਿ ਉਹੀ ਫਿਰ ਨਦੀ ਤੋਂ ਸਮੁੰਦਰ ਤੋਂ ਵਾਸ਼ਪ ਬਣ ਕੇ ਬੱਦਲ ਤੋਂ ਪਹਾੜਾਂ ਤੇ ਫਿਰ ਉਸ ਤਰ੍ਹਾਂ ਨਦੀ ਦੇ ਰੂਪ ਦੇ ਵਿੱਚ ਕਿ ਆਣਾ ਜਾਣਾ ਲੱਗਿਆ ਹੀ ਰਹਿੰਦਾ। ਹੁਕਮਾਂ ਅੰਦਰ ਵਾਂਗ ਫੁਹਾਰੇ, ਮੁੜ ਮੁੜ ਚੜਦਾ ਲੈਂਦਾ ਜਾਏ, ਮਤਲਬ ਕਿ ਕੁਦਰਤ ਦੇ ਹੁਕਮ ਦੇ ਵਿੱਚ ਜਿਵੇਂ ਕਿ ਮਤਲਬ ਵੈਸੇ ਵੀ ਇੱਕ ਫੁਹਾਰਾ ਜੋ ਵੀ ਫੁਹਾਰਾ ਤਾਂ ਉਹ ਵੀ ਕੁਦਰਤ ਦੇ ਹੁਕਮ ਦੇ ਵਿੱਚ ਹੁੰਦਾ, ਜਿਹੜਾ ਕੁਦਰਤੀ ਨੈਚੁਰਲ ਆ। ਤਾਂ ਉਹ ਕਹਿੰਦਾ ਕਿ ਮੁੜ ਮੁੜ ਚੜਦਾ ਲੈਂਦਾ ਜਾਏ, ਨੀਰ ਨਦੀ ਦਾ ਵਹਿੰਦਾ ਜਾਏ, ਕਿ ਜਿਹੜਾ ਨਦੀ ਦਾ ਪਾਣੀ ਆ ਉਹਦਾ ਸੁਭਾਅ ਕੀ ਆ, ਹਮੇਸ਼ਾ ਤੁਰਦੇ ਰਹਿਣਾ। ਸੋ ਇਸ ਤਰ੍ਹਾਂ ਕਵੀ ਇਸ ਕਵਿਤਾ ਦੇ ਵਿੱਚ ਇਨਸਾਨ ਨੂੰ ਕਹਿ ਰਿਹਾ, ਇਨਸਾਨੀ ਜੀਵਨ ਨੂੰ ਇਹ ਕਹਿ ਰਿਹਾ, ਇਹ ਸੰਦੇਸ਼ ਦੇ ਰਿਹਾ ਕਿ ਜਿਵੇਂ ਨੀਰ ਨਦੀ ਦਾ ਵਹਿੰਦਾ ਇਵੇਂ ਸਾਨੂੰ ਵੀ ਹਮੇਸ਼ਾ ਚੱਲਦੇ ਰਹਿਣਾ ਚਾਹੀਦਾ, ਮਿਹਨਤ ਕਰਦੇ ਰਹਿਣਾ ਚਾਹੀਦਾ। ਸੋ ਅਗਲਾ ਜਿਹੜਾ ਇਹਨਾਂ ਦਾ ਕਾਵਿ ਸੰਗ੍ਰਹਿ ਹੈ ਵਿਸਾਖੀ ਦਾ ਮੇਲਾ। ਸੋ ਬਹੁਤ ਇੰਪੋਰਟੈਂਟ ਹੈ ਧਨੀ ਰਾਮ ਚਾਤਰਿਕ ਜੀ ਦਾ ਵਿਸਾਖੀ ਦਾ ਮੇਲਾ। ਤਾਂ ਪੱਕ ਪਈਆਂ ਕਣਕਾਂ ਲੋਕਾਟ ਰਸਿਆ, ਬੂਰ ਪੇ ਅੰਬਾਂ ਨੂੰ ਗੁਲਾਬ ਹੱਸਿਆ, ਬਾਗਾਂ ਉੱਤੇ ਰੰਗ ਫੇਰਿਆ ਬਹਾਰ ਨੇ, ਬੇਰੀਆਂ ਲਫਾਈਆਂ ਟਾਹਣੀਆਂ ਦੇ ਭਾਰ ਨੇ, ਪੁੰਗਰੀਆਂ ਵੱਲਾਂ ਵੇਲਾਂ ਰੁੱਖੀ ਚੜੀਆਂ, ਫੁੱਲਾਂ ਹੇਠੋਂ ਫਲਾਂ ਨੇ ਪਰੋਈਆਂ ਲੜੀਆਂ, ਸਾਈਂ ਦੀ ਨਿਗਾਹ ਜੱਗ ਤੇ ਸਵੱਲੀਏ, ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ। ਸੋ ਇਸ ਦੇ ਵਿੱਚ ਇੱਕ ਕਿਸਾਨ ਆਪਦੀ ਪਤਨੀ ਨੂੰ ਕਹਿ ਰਿਹਾ ਗਾ ਬੜੇ ਪਿਆਰ ਨਾਲ ਕਿ ਆਪਾਂ ਵਿਸਾਖੀ ਦੇ ਮੇਲੇ ਤੇ ਚੱਲਦੇ ਆ। ਤਾਂ ਉਹ ਸਮਝਾ ਰਿਹਾ ਕਿ ਕਣਕਾਂ ਜਿਹੜੀਆਂ ਪੱਕ ਗਈਆਂ, ਲੋਕਾਠ ਦੇ ਵਿੱਚ ਰਸ ਭਰ ਚੁੱਕਿਆ, ਬੂਰ ਅੰਬਾਂ ਨੂੰ ਪੈ ਚੁੱਕਿਆ ਤੇ ਗੁਲਾਬ ਦੀ ਫਸਲ ਆ, ਗੁਲਾਬ ਦੇ ਫੁੱਲ ਆ ਜਿਹੜੇ ਉਹ ਖਿੜ ਚੁੱਕੇ ਆ, ਬਾਗਾਂ ਉੱਤੇ ਰੰਗ ਫੇਰਿਆ ਬਹਾਰ ਨੇ, ਮਤਲਬ ਕਿ ਜਿਹੜੇ ਬਾਗ ਆ ਉਹ ਹਰੇ ਭਰੇ ਆ, ਬੇਰੀਆਂ ਲਫਾਈਆਂ ਟਾਹਣੀਆਂ ਦੇ ਭਾਰ ਨੇ, ਕਿ ਜਿਹੜੀਆਂ ਬੇਰੀਆਂ ਉਹਨਾਂ ਤੇ ਇੰਨੇ ਬੇਰ ਲੱਗ ਚੁੱਕੇ ਆ ਕਿ ਉਹ ਲਿਫ ਗਈਆਂ। ਤਾਂ ਪੁੰਗਰੀਆਂ ਵੱਲਾਂ ਵੇਲਾਂ ਰੁੱਖੀ ਚੜੀਆਂ,
ਤਾਂ ਉਸ ਟਾਈਮ ਦੀ ਗੱਲ ਕਰ ਰਹੇ ਆ ਕਿ ਵੇਲਾਂ ਜਿਹੜੀਆਂ ਉਹ ਪੁੰਗਰ ਗਈਆਂ ਤੇ ਮਤਲਬ ਕਿ ਵੱਲਾਂ ਵੇਲਾਂ ਜਿਹੜੀਆਂ ਉਹ ਰੁੱਖੀ ਚੜ ਗਈਆਂ। ਸੋ ਫੁੱਲਾਂ ਹੇਠੋਂ ਫਲੀਆਂ, ਫਲਾਂ ਨੇ ਪਰੋਈਆਂ ਲੜੀਆਂ, ਤੇ ਫੁੱਲਾਂ ਦੇ ਵਿੱਚੋਂ ਫਲ ਵੀ ਨਿਕਲਣੇ ਸ਼ੁਰੂ ਹੋ ਗਿਆ। ਸਾਈਂ ਦੀ ਨਿਗਾਹ ਜੱਗ ਤੇ ਸਵੰਲੀਏ, ਕਿ ਉਹ ਕਿਸਾਨ ਕਹਿ ਰਿਹਾ ਵੀ ਇੰਨਾ ਸੋਹਣਾ ਕੁਦਰਤ ਦਾ ਨਜ਼ਾਰਾ, ਇਉਂ ਲੱਗਦਾ ਜਿਵੇਂ ਉਹ ਪਰਮ ਪਿਤਾ ਪਰਮਾਤਮਾ ਦੀ ਜਿਹੜੀ ਨਿਗਾਹ ਹੈ ਉਹ ਜੱਗ ਤੇ ਬਹੁਤ ਵਧੀਆ ਮਤਲਬ ਕਿ ਸਵੱਲੀ ਹੈ, ਵੀ ਚੰਗੀ ਹੈ ਨਿਗਾਹ। ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ, ਕਿ ਆਪਾਂ ਵੀ ਮੇਲੇ ਚੱਲਦੇ ਆ। ਦੂਰ ਦੂਰ ਥਾਂ ਵਣਜਾਰੇ ਆਏ ਨੇ। ਹੁਣ ਮੇਲੇ ਦੇ ਵਿੱਚ ਕੀ ਹੋ ਰਿਹਾ, ਤਾਂ ਉਹਦੇ ਵਰਣਨ ਹੈ। ਦੂਰ ਦੂਰ ਥਾਂ ਵਣਜਾਰੇ ਆਏ ਨੇ, ਸੋਹਣੇ ਸੋਹਣੇ ਕੁੰਜਾਂ ਤੇ ਫੀਤੇ ਲਿਆਏ ਨੇ, ਗਜਰਿਆਂ ਤੇ ਵੰਗਾਂ ਦਾ ਅੰਤ ਕੋਈ ਨਾ ਏ। ਗਜਰਿਆਂ ਤੇ ਵੰਗਾਂ ਦਾ ਨਾ ਅੰਤ ਕੋਈ ਏ, ਮੰਡੀ ਝੂਠੇ ਗਹਿਣਿਆਂ ਦੀ ਲੱਗੀ ਹੋਈ ਏ। ਮਤਲਬ ਕਿ ਕਹਿ ਰਿਹਾ ਕਿ ਦੂਰੀ ਮਤਲਬ ਕਿ ਵਣਜਾਰੇ ਵੀ ਆਏ ਹੋਏ ਆ ਤੇ ਕੁੰਜਾਂ ਦੇ ਫੀਤੇ ਲਿਆਏ ਆ, ਜਿਹੜੇ ਝੂਠੇ ਗਹਿਣੇ ਆ ਉਹਨਾਂ ਦੀ ਵੀ ਭਰਮਾਰ ਆ। ਹੱਟੀਆਂ ਹਜ਼ਾਰਾਂ ਹਲਵਾਈਆਂ ਲਾਈਆਂ ਨੇ, ਸੈਂਕੜੇ ਸੁਗਾਤਾਂ ਨਾਲ ਹੋਰ ਆਈਆਂ ਨੇ, ਕਿ ਖਾਣ ਦੀਆਂ ਮਠਿਆਈਆਂ ਵੀ ਹੈਗੀਆਂ ਤੇ ਹੋਰ ਵੀ ਕਈ ਸਾਜੋ ਸਮਾਨ ਹੈ ਜਿਹੜਾ ਆਇਆ ਹੋਇਆ। ਹੱਟੀ ਹੱਟੀ ਸ਼ੌਕੀਆਂ ਦੀ ਭੀੜ ਮੱਲੀਏ, ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ, ਕਿ ਚੱਲ ਆਪਾਂ ਵੀ ਵਿਸਾਖੀ ਤੇ ਚੱਲਦੇ ਹਾਂ। ਥਾਈ ਥਾਈ ਖੇਡਾਂ ਤੇ ਭੰਗੂੜੇ ਆਏ ਨੇ, ਜੋਗੀਆਂ ਮਦਾਰੀਆਂ ਤਮਾਸ਼ੇ ਲਾਏ ਨੇ। ਠੀਕ ਹੈ ਜੀ। ਵੰਜਲੀ ਲਗੋਜਾ ਕਾਢੋ ਤੁੰਬਾ ਵੱਜਦੇ, ਛਿੰਝ ਵਿੱਚ ਸੂਰੇ ਪਹਿਲਵਾਨ ਗੱਜਦੇ। ਹੁਣ ਇਸ ਵਿਸਾਖੀ ਦੇ ਮੇਲੇ ਵਿੱਚ ਜਿਹੜੇ 4-5 ਸਾਜ਼ ਆਏ ਆ, ਇਹ ਤੁਸੀਂ ਧਿਆਨ 'ਚ ਰੱਖੋਗੇ। ਵੰਜਲੀ, ਇਹਨੂੰ ਨੋਟ ਕਰੋਗੇ, ਵੰਜਲੀ ਲੰਗੋਜਾ ਕਾਟੋ ਤੁੰਬਾ ਵੱਜਦੇ, ਤਾਂ ਛਿੰਝ ਵਿੱਚ ਸੂਰੇ ਪਹਿਲਵਾਨ ਗੱਜਦੇ। ਛਿੰਝ ਦਾ ਮਤਲਬ ਹੁੰਦਾ ਹੈਗਾ ਅਖਾੜਾ, ਤਾਂ ਅਖਾੜੇ ਵਿੱਚ ਪਹਿਲਵਾਨ ਆ ਜਿਹੜੇ ਉਹ ਘੋਲ ਕਰ ਰਹੇ ਆ। ਇਕੱਠਾ ਹੋ ਕੇ ਆਇਆ ਰੌਲਾ ਸਾਰੇ ਜੱਗ ਦਾ, ਭੀੜ ਵਿੱਚ ਮੋਢੇ ਨਾਲ ਮੋਢਾ ਵੱਜਦਾ, ਕਿ ਮਤਲਬ ਕਿ ਐਉਂ ਲੱਗਦਾ ਵੀ ਜਿਵੇਂ ਪਤਾ ਨਹੀਂ ਕਿੰਨੇ ਕੁ ਲੋਕ ਇੱਥੇ ਆ ਚੁੱਕੇ ਆ। ਕੋਹਾਂ ਵਿੱਚ ਮੇਲੇ ਨੇ ਜ਼ਮੀਨ ਮੱਲੀਏ, ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ, ਕਿ ਉਹ ਕਹਿ ਰਿਹਾ ਕਿ ਕਈ ਕੋਹਾਂ ਦੇ ਵਿੱਚ ਮਤਲਬ ਕਿ ਕਈ ਬਹੁਤ ਦੂਰ ਤੱਕ ਮੇਲਾ ਜਿਹੜਾ ਉਹ ਫੈਲਿਆ ਹੋਇਆ, ਤੇ ਚੱਲ ਆਪਾਂ ਵੀ ਵਿਸਾਖੀ ਦਾ ਮੇਲਾ ਦੇਖ ਕੇ ਆਉਂਦੇ ਆ। ਤਾਂ ਵਿਸਾਖੀ ਦਾ ਮੇਲਾ ਜੋ ਵਿਸਾਖ ਮਹੀਨੇ ਦੇ ਵਿੱਚ ਲੱਗਦਾ, ਉਸ ਸਮੇਂ ਲੱਗਦਾ ਜਦੋਂ ਕੁਦਰਤ ਮਤਲਬ ਕਿ ਪੂਰੀ ਖਿੜ ਚੁੱਕੀ ਹੁੰਦੀ ਆ। ਮੇਲੇ ਵਿੱਚ ਖਾਣ ਦੀਆਂ ਦੁਕਾਨਾਂ, ਇਹਦੇ ਵਿੱਚ ਜਿਵੇਂ ਆਏਗਾ ਕਿ ਖਾਣ ਦੀਆਂ ਦੁਕਾਨਾਂ ਸਜੀਆਂ ਤੇ ਰੰਗ ਤਮਾਸ਼ੇ ਬਹੁਤ ਸਾਰੇ ਆ। ਇਸ ਤਰ੍ਹਾਂ ਜਿਹੜਾ ਕਿਸਾਨ ਆ ਉਹ ਆਪਦੀ ਪਤਨੀ ਨੂੰ ਕਹਿ ਰਿਹਾ ਹੈਗਾ ਕਿ ਆਪਾਂ ਵੀ ਮੇਲਾ ਵੇਖਣ ਚੱਲਦੇ ਆ। ਸੋ ਜਿਹੜਾ ਇਹਨਾਂ ਨੇ ਅਗਲੀ ਕਵਿਤਾ, ਪ੍ਰਸਿੱਧ ਕਵਿਤਾ ਜੀਵਨ ਜੋਤ ਹੈ, ਧਿਆਨ 'ਚ ਰੱਖਣਾ, ਥੋੜੀ ਜਿਹੀ ਮਤਲਬ ਇੰਪੋਰਟੈਂਟ ਹੈ। ਤਾਂ ਪੜ੍ਹਦੇ ਹਾਂ। ਜਗਤ ਵਿੱਚ ਜੀ ਕੇ ਜਿਉਂਦਾ ਰਹਿਣ ਦੇ ਸਮਾਨ ਪੈਦਾ ਕਰ, ਜੋ ਮਰ ਕੇ ਵੀ ਅਮਰ ਹੋ ਜਾਏ ਐਸੀ ਜਾਨ ਪੈਦਾ ਕਰ। ਤਾਂ ਇਸ ਕਵਿਤਾ ਦੇ ਵਿੱਚ ਧਨੀ ਰਾਮ ਜੀ ਕਹਿ ਰਹੇ ਆ ਕਿ ਜਗਤ ਵਿੱਚ ਜਿਉਂਦਾ ਰਹਿਣ ਦੇ ਸਮਾਨ ਪੈਦਾ ਕਰ, ਮਤਲਬ ਕਿ ਜਗਤ ਦੇ ਵਿੱਚ ਇਸ ਤਰੀਕੇ ਨਾਲ ਜਿਉਂ ਕਿ ਤੂੰ ਕਿਸੇ ਲਈ ਉਦਾਹਰਨ ਬਣ ਜਾਏ, ਤਾਂ ਜੋ ਮਰ ਕੇ ਵੀ ਅਮਰ ਹੋ ਜਾਏ ਐਸੀ ਜਾਨ ਪੈਦਾ ਕਰ, ਕਿ ਤੂੰ ਮਰਨ ਤੋਂ ਬਾਅਦ ਵੀ ਲੋਕ ਤੈਨੂੰ ਯਾਦ ਕਰਨ, ਤੂੰ ਐਸੇ ਹੀ ਕਰਮ ਕਰ। ਸਮੁੰਦਰ ਤੋਂ ਨਿਕਲ ਕੇ ਵੀ ਤੂੰ ਕਤਰਾ ਹੈ ਸਮੁੰਦਰ ਦਾ। ਇਹਦਾ ਮਤਲਬ ਕੀ ਆ ਕਿ ਇਹ ਜਿਹੜਾ ਇਨਸਾਨੀ ਰੂਹ ਆ ਇਹ ਪ੍ਰਮਾਤਮਾ ਤੋਂ ਵਿਛੜੀ ਆ, ਤਾਂ ਫਿਰ ਹੈ ਤਾਂ ਉਹਦਾ ਪਾਰਟ ਹੀ ਇੱਕ, ਜਿਵੇਂ ਸਮੁੰਦਰ ਤੋਂ ਵਿਛੜਦਾ ਇੱਕ ਬੂੰਦ, ਤਾਂ ਉਹ ਬੂੰਦ ਸਮੁੰਦਰ ਦਾ ਹੀ ਇੱਕ ਮਤਲਬ ਕਿ ਭਾਗ ਆ। ਤੇ ਇਸੇ ਤਰ੍ਹਾਂ ਸਮੁੰਦਰ ਤੋਂ ਨਿਕਲ ਕੇ ਵੀ ਤੂੰ ਕਤਰਾ ਹੈ ਸਮੁੰਦਰ ਦਾ, ਉਛਾਲਾ ਮਾਰ ਕੇ ਇਸ ਵਿੱਚ ਕੋਈ ਤੂਫਾਨ ਪੈਦਾ ਕਰ, ਕਿ ਇਸ ਜੱਗ ਦੇ ਵਿੱਚ ਅਜਿਹੇ ਕਰਮ ਕਰ ਜਿਹਦੇ ਨਾਲ ਕੋਈ ਨਾ ਕੋਈ ਮਤਲਬ ਕਿ ਐਸਾ ਤੂਫਾਨ ਪੈਦਾ ਕਰ ਜਿਹਦੇ ਨਾਲ ਲੋਕ ਤੈਨੂੰ ਵੇਖਣ ਵੀ ਹਾਂ ਕੋਈ ਗੱਲਬਾਤ ਹੈ। ਤੂੰ ਜੀਵਨ ਹੈ ਜਹਾਨਾਂ ਦਾ, ਨਾ ਬਹੁ ਬੇਜਾਨ ਬੁੱਤ ਬਣ ਕੇ, ਜੋ ਨਕਸ਼ਾ ਪਲਟੇ ਦੇ ਦੁਨੀਆ ਦਾ ਉਹ ਘਮਸਾਨ ਪੈਦਾ ਕਰ। ਤਾਂ ਉਹ ਕਹਿੰਦਾ ਕਿ ਤੇਰੇ ਵਿੱਚ ਉਸ ਪਰਮ ਪਿਤਾ ਦੀ ਲੋ ਹੈ, ਤੇ ਤੂੰ ਬੇਜਾਨ ਬੁੱਤ ਬਣ ਕੇ ਨਾ ਰਹਿ, ਤੂੰ ਇੱਕ ਥਾਂ ਤੇ ਟਿਕਿਆ ਨਾ ਰਹਿ, ਸਗੋਂ ਐਸੇ ਹੀ ਕਰਮ ਕਰ ਕਿ ਦੁਨੀਆ ਦਾ ਨਕਸ਼ਾ ਪਲਟ ਦੇ, ਉਹ ਘਮਸਾਨ ਪੈਦਾ ਕਰ। ਤਾਂ ਇਸ ਦੇ ਵਿੱਚ ਜਿਹੜਾ ਧਨੀ ਰਾਮ ਚਾਤਰਕ ਜੀ ਉਹ ਹਿੰਮਤ ਬਾਰੇ ਦੱਸ ਰਹੇ ਆ। ਤੇਰਾ ਇਸ ਤੰਗ ਧਰਤੀ ਤੇ ਗੁਜ਼ਾਰਾ ਹੈ ਬੜਾ ਮੁਸ਼ਕਿਲ, ਸਿਤਾਰਾ ਬਣ ਕੇ ਚਮਕਣ ਵਾਸਤੇ ਅਸਮਾਨ ਪੈਦਾ ਕਰ, ਕਿ ਤੂੰ ਅਜਿਹਾ ਸਿਤਾਰਾ ਬਣ ਕਿ ਦੁਨੀਆ ਤੇ ਤੂੰ ਚਮਕੇ, ਲੋਕ ਤੈਨੂੰ ਯਾਦ ਕਰਨ। ਤਾਂ ਅਜਿਹੇ ਕਰਮ ਕਰ ਕਿ ਸਭ ਦੇ ਮਨਾਂ ਨੂੰ ਤੂੰ ਭਾਵੇਂ। ਤਾਂ ਇਸ ਦੇ ਵਿੱਚ ਜਿਹੜੇ ਇਸ ਪੈਰੇ ਦੇ ਵਿੱਚ ਧਨੀ ਰਾਮ ਚਾਤਰਕ ਜੀ ਹੈ ਜਿਹੜਾ ਉਹ ਇੱਕ ਵਿਅਕਤੀ ਨੂੰ ਆਸ਼ਾਵਾਦੀ ਹੋਣ ਦਾ ਕਹਿ ਰਹੇ ਆ, ਕਿ ਆਸ਼ਾਵਾਦੀ ਹੋ ਕੇ ਰਹਿ, ਪੋਜ਼ਿਟਿਵ ਹੋ ਕੇ ਰਹਿ, ਤੇ ਆਪਣੇ ਚੰਗੇ ਕਰਮਾਂ ਨਾਲ ਸੰਸਾਰ ਤੇ ਜਿੱਤ ਹਾਸਲ ਕਰ। ਸੋ ਅਗਲਾ ਜਿਹੜਾ ਇਹਨਾਂ ਦਾ ਪੈਰਾ, ਨਾ ਬਣਿਆ ਬੇਹਕੀਕਤ ਰਹੋ, ਹਕੀਕਤ ਆਸ਼ਨਾ ਹੋ, ਕਿ ਬੇਹਕੀਕਤ ਨਾ ਬਣਿਆ ਰਹਿ, ਚੁੱਪਚਾਪ ਨਾ ਰਹਿ, ਸੁਸਤ ਨਾ ਰਹਿ। ਉਹ ਸੂਖਮ ਆਪਣੇ ਫੈਲਣ ਲਈ ਮੈਦਾਨ ਪੈਦਾ ਕਰ, ਕਿ ਚਾਹੇ ਤੂੰ ਇਸ ਧਰਤੀ ਤੇ ਛੋਟਾ ਜਿਹਾ ਜੀਵ ਹੈ, ਉਹ ਸੂਖਮ ਆਪਣੇ ਫੈਲਣ ਲਈ ਮੈਦਾਨ ਪੈਦਾ ਕਰ। ਪਰ ਤੇਰੀ ਇਹ ਛੋਟੀ ਜਿਹੀ ਮਤਲਬ ਜ਼ਿੰਦਗੀ ਇੱਕ ਵੱਡਾ ਕਾਰਨਾਮਾ ਕਰ ਸਕਦੀ ਹੈ। ਜੇ ਤੂੰ ਚੰਗੇ ਕਰਮ ਕਰੇਗਾ ਤਾਂ ਅਜਿਹਾ ਮੈਦਾਨ ਪੈਦਾ ਕਰ ਕਿ ਇਸ ਸੂਖਮ ਨੂੰ ਸਭ ਜਾਣਨ। ਸਮਾਂ ਬਣ ਕੇ ਭਖਾ ਮਹਿਫਲ,
ਵੀ ਸ਼ਮਾ ਬਣ ਕੇ ਭਖਾ ਮਹਿਫਲ ਜਗਾ ਦੇ ਜੋਤ ਦੁਨੀਆ ਤੇ, ਮਤਲਬ ਕਿ ਕਲੀ ਦੀ ਜੂਨ ਛੱਡ ਦੇ ਖਿੜ ਕੇ ਚਮਨੇ ਸਤਾਨ ਪੈਦਾ ਕਰ। ਸੋ ਇਹਨਾਂ ਲਾਈਨਾਂ ਦਾ ਕੀ ਮਤਲਬ ਹੈ? ਕਵੀ ਕਹਿ ਰਿਹਾ ਕਿ ਸ਼ਮਾ ਬਣ ਤੇ ਜਗ, ਆਪਣੀ ਲौ ਨਾਲ ਜੋਤ ਦੁਨੀਆ ਤੇ ਜਗਾ, ਕਲੀ ਦੀ ਜੂਨ ਛੱਡ ਕਿ ਇੱਕ ਛੋਟੀ ਜਿਹੀ ਕਲੀ ਛੱਡ ਕੇ ਨਾ ਚਮਨੇ ਸਤਾਨ ਪੈਦਾ ਕਰ। ਚਮਨੇ ਸਤਾਨ ਦਾ ਮਤਲਬ ਹੁੰਦਾ ਬਾਗ, ਤਾਂ ਕਲੀ ਨਾ ਬਣ ਕੇ ਰਹਿ, ਇੱਕ ਬਾਗ ਬਣ ਕੇ ਉੱਭਰ ਤੂੰ। ਤਾਂ ਤੜਪੇ ਤੇਰੇ ਅੰਦਰ ਉਹ ਮਚਾ ਦੇਵੇ ਕਿਆਮਤ ਜੋ, ਕੋਈ ਕਰਤੱਵ ਵਿਖਾਲਣ ਨੂੰ ਨਵਾਂ ਚੌਗਾਨ ਪੈਦਾ ਕਰ। ਕਿ ਤੇਰੇ ਅੰਦਰ ਤਾਂ ਅਜਾਈ ਹਿੰਮਤ, ਅਜਾਈ ਤੜਫ ਹੈ ਜਿਹੜੀ ਕਿਆਮਤ ਮਚਾ ਸਕਦੀ ਆ। ਤਾਂ ਤੂੰ ਆਪਣੀ ਉਸ ਕਰਤੱਵ ਨੂੰ ਦਿਖਾ ਜਿਹਦੇ ਨਾਲ ਲੋਕ ਤੇਰਾ ਵਾਹ ਵਾਹ ਕਰਨ, ਮਤਲਬ ਕਿ ਲੋਕ ਤੈਨੂੰ ਜਾਣਨ, ਲੋਕ ਤੇਰੀ ਪ੍ਰਸ਼ੰਸਾ ਕਰਨ। ਨਾ ਸਿੱਪੀ ਵਾਂਗ ਇੱਕ ਬੂੰਦ ਦੀ ਖਾਤਰ ਤੜਪਦਾ ਰਹੋ, ਤੂੰ ਦਿਲ ਦਰਿਆ ਦੇ ਅੰਦਰ ਮੋਤੀਆਂ ਦੀ ਖਾਣ ਪੈਦਾ ਕਰ। ਕਿ ਸਿੱਪੀ ਵਾਂਗ ਸਿਰਫ ਇੱਕ ਸਵਾਤੀ ਬੂੰਦ ਦੀ, ਮਤਲਬ ਕਿ ਚਾਹਨਾ ਨਾ ਤੂੰ ਕਰ। ਕਿ ਸਿੱਪੀ ਨੂੰ ਕੀ ਚਾਹੀਦੀ ਹੁੰਦੀ ਹੈ? ਇੱਕ ਬੂੰਦ ਜਿਹੜੀ ਕਿ ਮੋਤੀ ਬਣਨੀ ਹੁੰਦੀ ਹੈ। ਸਿੱਪੀ ਨੂੰ ਬੂੰਦ ਚਾਹੀਦੀ ਹੈ, ਤਾਂ ਉਹਦੇ ਵਿੱਚ ਕਵੀ ਕਹਿ ਰਿਹਾ ਕਿ ਨਾ ਸਿੱਪੀ ਵਾਂਗ ਇੱਕ ਬੂੰਦ ਦੀ ਖਾਤਰ ਤੜਪਦਾ ਰਹਿ, ਕਿ ਛੋਟੀਆਂ ਛੋਟੀਆਂ ਚੀਜ਼ਾਂ ਲਈ ਤੂੰ ਨਾ ਤੜਫ, ਤੂੰ ਦਿਲ ਦਰਿਆ ਦੇ ਅੰਦਰ ਮੋਤੀਆਂ ਦੀ ਖਾਣ ਪੈਦਾ ਕਰ। ਆਪਣੇ ਹੀ ਦਿਲ ਦੇ ਵਿੱਚ ਤੂੰ ਮੋਤੀਆਂ ਦੀ ਖਾਣ ਪੈਦਾ ਕਰ, ਆਪਣੇ ਹੀ ਦਿਲ ਦੇ ਵਿੱਚ ਤੂੰ ਜਿਹੜੀਆਂ ਆਪਣੀਆਂ ਅੱਛਾਈਆਂ ਬਣਾ। ਸੋ ਅਗਲਾ ਜਿਹੜਾ ਇਹਨਾਂ ਦਾ ਪੈਰਾ ਹੈ, ਤੇਰੇ ਹੀ ਕਰਮ ਫਲਾ ਕੇ ਕਿਸਮਤ ਦਾ ਬਾਗ ਲਾਉਣਗੇ, ਤੇਰੇ ਹੀ ਕਰਮ ਫਲ ਕੇ ਕਿਸਮਤ ਦਾ ਬਾਗ ਲਾਉਣਗੇ। ਤੂੰ ਜ਼ਿਗਰੇ ਨਾਲ ਤਾਕਤ ਆਪਣੀ ਦਾ ਗਿਆਨ ਪੈਦਾ ਕਰ, ਕਿ ਜਿੰਨੀ ਮਿਹਨਤ ਕਰੇਗਾ ਉਨਾ ਹੀ ਤੇਰਾ ਕਿਸਮਤ ਦਾ ਬਾਗ ਆ ਜਿਹੜਾ ਉਹ ਹਰਾ ਭਰਾ ਹੋਊਗਾ। ਸੋ ਤੇਰੇ ਹੀ ਕਰਮ ਫਲ ਕੇ ਕਿਸਮਤ ਦਾ ਬਾਗ ਲਾਉਣਗੇ। ਤੂੰ ਜਿਗਰੇ ਨਾਲ ਤਾਕਤ ਆਪਣੀ ਦਾ ਗਿਆਨ ਪੈਦਾ ਕਰ, ਤੇਰੀ ਬੰਸੀ ਦੇ ਅੰਦਰ ਆਪ ਮੋਹਨ ਫੂਕ ਭਰਦਾ। ਮੋਹਨ ਤੋਂ ਭਾਵ ਹੈ ਪਰਮ ਪਿਤਾ ਪਰਮਾਤਮਾ, ਕਿ ਤੇਰੇ ਅੰਦਰ ਉਹ ਖੁਦ ਵਿਰਾਜਮਾਨ ਹੈ, ਤੈਨੂੰ ਉਹ ਚਲਾਉਣ ਵਾਲਾ ਪਰਮਾਤਮਾ ਹੈ, ਤੂੰ ਉਹਦੀ ਅੰਸ਼ ਹੈ। ਤੇਰੀ ਬੰਸੀ ਦੇ ਅੰਦਰ ਆਪ ਮੋਹਨ ਫੂਕ ਭਰਦਾ, ਗੁੰਜਾ ਦੇ ਜ਼ਮੀਨ ਤੇ ਅਸਮਾਨ ਐਸੀ ਤਾਣ ਪੈਦਾ ਕਰ। ਕਿ ਤੇਰੇ ਅੰਦਰ ਐਸੀ ਹਿੰਮਤ ਹੋਣੀ ਚਾਹੀਦੀ ਆ ਕਿ ਤੇਰੀ ਜਿਹੜੀ ਤਾਣ ਨਾਲ ਹੈ ਜ਼ਮੀਨ ਤੇ ਅਸਮਾਨ ਦੋਨੋਂ ਗੂੰਜ ਸਕਣ। ਐਸੀ ਹਿੰਮਤ ਕਰ ਕਿ ਲੋਕ ਵੇਖਣ। ਜਿਨ੍ਹਾਂ ਨੇ ਜੋੜ ਕੇ ਤਿਨਕੇ ਜਹਾਨ ਆਬਾਦ ਕੀਤੇ ਸਨ, ਜੇ ਹਿੰਮਤ ਹੈ ਤਾਂ ਐਸੇ ਸੂਰੇ ਬਲਵਾਨ ਪੈਦਾ ਕਰ। ਕਿ ਤੂੰ ਹਿੰਮਤ ਕਰ ਤੇ ਆਪਣੇ ਨਾਲ, ਮਤਲਬ ਕਿ ਐਸੇ ਸੂਰੇ ਬਲਵਾਨ ਪੈਦਾ ਕਰ ਕਿ ਲੋਕ ਹੈ ਜਿਹੜੇ ਉਹ ਵੀ ਮਤਲਬ ਦੇਖਣ, ਤੇ ਇੱਕ ਮਿਸਾਲ ਬਣੇ ਤੂੰ, ਇੱਕ ਦੁਨੀਆ ਤੇ ਉਦਾਹਰਨ ਬਣੇ ਤੂੰ। ਤੇ ਇਸ ਤਰ੍ਹਾਂ ਜਿਹੜਾ ਆਪਣਾ ਜੀਵਨ ਜੋਤ ਹੈ ਕਵਿਤਾ ਉਹ ਪੂਰੀ ਹੋਈ ਹੈ। ਇਹ ਲਾਸਟ ਪੈਰਾ ਸੀ ਜੀਵਨ ਜੋਤ ਦਾ। ਸੋ ਧਨੀ ਰਾਮ ਚਾਤਰਕੀ ਦੀਆਂ ਤਿੰਨੋਂ ਹੀ ਕਵਿਤਾਵਾਂ ਬਹੁਤ ਪਿਆਰੀਆਂ ਤੇ ਬਹੁਤ ਸਿੱਖਿਆਦਾਇਕ ਸੀ। ਪਹਿਲੀ ਕਵਿਤਾ ਦੇ ਵਿੱਚ ਵਹਿੰਦਾ ਜਾਏ ਦਾ ਮਤਲਬ ਸੀਗਾ ਕਿ ਜਿਸ ਤਰ੍ਹਾਂ ਨਦੀ ਦਾ ਨੀਰ ਵਹਿੰਦਾ ਜਾਂਦਾ, ਉਸ ਤਰ੍ਹਾਂ ਸਾਨੂੰ ਵੀ ਹਮੇਸ਼ਾ ਤੁਰਦੇ ਰਹਿਣਾ ਚਾਹੀਦਾ ਗਾ, ਹਮੇਸ਼ਾ ਕਦੇ ਖੜਨਾ ਨਹੀਂ ਚਾਹੀਦਾ, ਮਤਲਬ ਕਿ ਨਦੀ ਦੇ ਨੀਰ ਵਾਂਗ ਹਮੇਸ਼ਾ ਚੱਲਦੇ ਰਹਿਣਾ ਚਾਹੀਦਾ। ਦੂਸਰਾ ਵਿਸਾਖੀ ਦਾ ਮੇਲਾ ਤਾਂ ਤੁਹਾਨੂੰ ਪਤਾ ਹੀ ਹੈ ਕਿ ਧਨੀ ਰਾਮ ਚਾਤਰਕ ਸੀ ਜਿਹੜੇ ਉਹ ਆਪਣੀ ਸੱਭਿਆਚਾਰ ਨਾਲ ਰਿਲੇਟਡ ਸਾਰੀਆਂ ਗੱਲਾਂ ਕਰਦੇ ਸੀਗੇ। ਤਾਂ ਧਨੀ ਰਾਮ ਚਾਤਰਕ ਜੀ ਨੇ ਬੜਾ ਹੀ ਖੂਬ ਵਧੀਆ ਢੰਗ ਤਰੀਕੇ ਨਾਲ ਵਿਸਾਖੀ ਦੇ ਮੇਲੇ ਵਿੱਚ ਸੱਭਿਆਚਾਰ ਨੂੰ ਬਿਆਨ ਕੀਤਾ ਹੈ। ਤੇ ਜੀਵਨ ਜੋਤ ਕਵਿਤਾ ਦੇ ਵਿੱਚ ਇੱਕ ਮਨੁੱਖ ਨੂੰ ਆਸ਼ਾਵਾਦੀ ਹੋਣ ਲਈ ਪ੍ਰੇਰਿਤ ਕੀਤਾ ਕਿ ਕਦੇ ਵੀ ਨਿਰਾਸ਼ ਨਹੀਂ ਹੋਣਾ ਚਾਹੀਦਾਗਾ, ਹਮੇਸ਼ਾ ਹਿੰਮਤ ਨਾਲ ਐਸਾ ਮਤਲਬ ਕਿ ਮੈਦਾਨ ਪੈਦਾ ਕਰ, ਕਿ ਐਸੀ ਹਿੰਮਤ ਪੈਦਾ ਕਰ ਕਿ ਵਾਹ ਵਾਹ ਹੋਵੇ, ਤੂੰ ਉਦਾਹਰਨ ਬਣੇ। ਸੋ ਇਸ ਤਰ੍ਹਾਂ ਜਿਹੜਾ ਆਪਣਾ ਧਨੀ ਰਾਮ ਚਾਤਰਕ ਜੀ ਕਵੀ ਜਿਹੜਾ ਕਿ ਆਪਣੇ ਆਧੁਨਿਕ ਕਾਵਿ ਦਾ ਦੂਜਾ ਕਵੀ ਆ ਉਹ ਪੂਰਾ ਹੋਇਆ। ਉਮੀਦ ਕਰਦਾ ਕਿ ਤੁਹਾਨੂੰ ਪੂਰਾ ਚੰਗੀ ਤਰ੍ਹਾਂ ਜਿੰਨਾ ਵੀ ਆਪਾਂ ਅੱਜ ਟੌਪਿਕ ਜਿਹੜਾ ਵੀ ਪੜ੍ਹਿਆ ਉਹ ਚੰਗੀ ਤਰ੍ਹਾਂ ਸਮਝ ਆਇਆ ਹੋਵੇਗਾ। ਸੋ ਆਪ ਜੀ ਨੂੰ ਇਹੀ ਗੁਜ਼ਾਰਿਸ਼ ਹੈ ਕਿ ਆਪਣਾ ਵੱਧ ਤੋਂ ਵੱਧ ਪਿਆਰ ਦਿਓ ਤੇ ਆਪਣੇ ਦੋਸਤਾਂ ਮਿੱਤਰਾਂ ਤੱਕ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ। ਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗਦੀ ਤੇ ਇਹਨੂੰ ਲਾਈਕ ਵੀ ਜ਼ਰੂਰ ਕਰਿਆ ਕਰੋ ਤੇ ਨੀਚੇ ਫੀਡਬੈਕ ਜ਼ਰੂਰ ਦਿਆ ਕਰੋ। ਧੰਨਵਾਦ।